ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਵਾਹਿਗੁਰੂ
हमारे, नायक कसम हमारे। निमक निमक तुम ही प्रतिपाल हो, निमक निमक तुम ही प्रतिपालो। निमक निमक तुम ही प्रतिपाल हो। निमक निमक तुम ही प्रतिपालो। हम बारक तुमरे तारे, हम बारक तुम्हारे तारे। हम बारक तुमरे तारे। हम बारक तुम्हारे तारे। वाहे गुरु वाहे गुरु वाहे गुरु वाहे गुरु। 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 गुरपुर मेरी राख लई, गुरपुर मेरी राख लई। गुरपुर मेरी राख लई। गुरपुर मेरी राख लई। अमृत नाम हृदय महदीनो, अमृत नाम हृदय महदीनो। अमृत नाम हृदय महदीनो। अमृत नाम हृदय महदीनो। जन्म जन्म की मैल गई, जन्म जन्म की मैल गई। 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 वाहे गुरु वाहे गुरु वाहे गुरु वाहे गुरु। 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 मिठ बोल राजी मिठ बोल राजी, बोलड़ा जी मिठ बोलड़ा जी। मिठ बोल राजी मिठ बोल राजी। मिठ बोलड़ा जी मिठ बोलड़ा जी। हर सजन सुआमी
तिखी है, थोड़ी सी आवाज तिखी है, थोड़ी थल्ले कर आवाज बोलो थोड़ी। सतगुर आपने सुनी अरदास, कारज आया सगला रास। सतगुर आपने सुनी अरदास, गुर आपने सुनी अरदास, कारज आया सगला रास, कारज आया सगला रास। सतगुर आपने सुनी अरदास, गुर आपने सुनी अरदास, कारज आया सगला रास, कारज आया सगला रास। मन तन अंतर प्रभु पे आया, मन तन अंतर प्रभु पे आया, गुर पूरे दर सगल चुकाया। गुर पूरे दर सगल चुकाया। सतगुर आपने सुनी अरदास, गुर आपने सुनी अरदास, कारज आया सगला रास, कारज आया सगला रास। सतगुर आपने सुनी अरदास, गुर आपने सुनी अरदास, कारज आया सगला रास, कारज आया सगला रास।
ਸਮਰਥ ਗੁਰਦੇਵ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਸਭ ਸੁਖ ਪਾਈ ਤਿਸ ਕੀ ਸੇਵ ਸਤਿਗੁਰ ਆਪਣੇ ਸੁਨੀ ਅਰਦਾਸ ਗੁਰ ਆਪਣੇ ਸੁਨੀ ਅਰਦਾਸ ਕਾਰਜ ਆਇਆ ਸਗਲਾ ਰਾਸ ਕਾਰਜ ਆਇਆ ਸਗਲਾ ਰਾਸ ਸਤਿਗੁਰ ਆਪਣੇ ਸੁਨੀ ਅਰਦਾਸ ਗੁਰ ਆਪਣੇ ਸੁਨੀ ਅਰਦਾਸ ਕਾਰਜ ਆਇਆ ਸਗਲਾ ਰਾਸ ਕਾਰਜ ਆਇਆ ਸਗਲਾ ਰਾਸ ਜਗ ਕੀਆ ਸਭ ਕਿਛ ਹੋਏ ਜਗ ਕੀਆ ਸਭ ਕਿਛ ਹੋਏ ਅਮਰ ਨਾਮ ਮਿਟੈ ਕੋਇ ਕਾਰਜ ਆਇਆ ਸਗਲਾ ਰਾਸ ਕਾਰਜ ਆਇਆ ਸਗਲਾ ਰਾਸ
आपने सुनी अरदास सुनी अरदास कारज आया सगला रास कारज आया सगला रास सतगुर अपने सुनी अरदास सतगुर अपने सुनी अरदास कारज आया सगला रास कारज आया सगला रास हर नाम जब अंतर बस हर नाम जो देखे सो ब्रह्म ज्ञान मन प्रकाश इस जन के पार ब्रह्म का निवास सतगुर अपने सुनी अरदास कारज आया सगला रास कारज आया सगला रास सतगुर अपने सुनी अरदास कारज आया सगला रास कारज आया सगला रास करी नमस्कार तिस गुर को सत जाऊं बलिहार सतगुर के करण तोए तोए पीवा गुरु नानक जप जप सत जीवा
जप जप सत जीवा सतगुर आपने सुनी अरदास कारज आया सगला दास कारज आया सगला दास सतगुर आपने सुनी अरदास सतगुर आपने सुनी अरदास कारज आया सगला दास कारज आया सगला दास कारज आया सगला दास कारज आया सगला दास। निमाणिਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗਰੀਬ ਨਵਾਜ ਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਪਿਆਰ ਨਾਲ ਸ਼ਰਧਾ ਨਾਲ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀਓ, ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਸੱਚੇ ਸਤਿਗੁਰੂ ਸਮਰੱਥ ਸਤਿਗੁਰੂ ਪੂਰੇ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦਾ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਮਹਾਰਾਜ ਜੀ ਨੇ ਸੁਭ ਸੁਭਾਗਾ ਸਾਨੂੰ ਸਭ ਨੂੰ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ, ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜੋ ਪਰਿਵਾਰ ਦੀ ਚੜ੍ਹਦੀ ਕਲਾ ਲਈ ਤੰਦਰੁਸਤੀਆਂ ਲਈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਨੇ, ਉੱਥੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦਾ, ਰਹਿਮਤਾਂ ਦਾ ਸ਼ੁਕਰਾਨਾ ਵੀ ਕਰ ਰਹੇ ਨੇ ਔਰ ਨਾਲ ਨਾਲ ਸੇਵਕ ਪਰਿਵਾਰ ਬੜੀਆਂ ਖੁਸ਼ੀਆਂ ਨਾਲ, ਚਾਅ ਨਾਲ, ਉਤਸ਼ਾਹ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਜਨਮ ਦਿਨ ਵੀ ਮਨਾ ਰਹੇ ਨੇ। ਬੜੇ ਪਿਆਰ ਨਾਲ ਆਪਾਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਅੰਮ੍ਰਿਤਮਈ ਬਾਣੀ ਦੇ ਪਵਿੱਤਰ ਸ਼ਬਦ ਕੀਰਤਨ ਦੁਆਰਾ ਸਰਵਣ ਕਰ ਰਹੇ ਸੀ।
ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਜੀ ਅਰਦਾਸ ਸੁਣ ਲੈਂਦੇ ਨੇ, ਉਦੋਂ ਫਿਰ ਸੇਵਕਾਂ ਦੇ, ਦਾਸਾਂ ਦੇ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਹੋ ਜਾਂਦੇ ਨੇ। ਕਿਉਂਕਿ ਅਰਦਾਸ ਵਿੱਚ ਬਹੁਤ ਵੱਡੀ ਸ਼ਕਤੀ ਹੈ। ਅਰਦਾਸ ਦੀ ਸ਼ਕਤੀ ਅਸੀਮ ਹੈ, ਬੇਅੰਤ ਹੈ। ਅਰਦਾਸ ਜਦੋਂ ਹਿਰਦੇ ਤੋਂ ਨਿਕਲਦੀ ਹੈ, ਮਨ ਜੁੜ ਜਾਂਦਾ ਹੈ ਜਦੋਂ ਸਤਿਗੁਰੂ ਜੀ ਦੇ ਭਰੋਸੇ ਵਿੱਚ, ਵਿਸ਼ਵਾਸ ਵਿੱਚ, ਤੇ ਫਿਰ ਮਹਾਤਮਾ ਕਹਿੰਦੇ ਅਰਦਾਸ ਮਨ ਵਿੱਚ ਬਣਦੀ ਹੈ, ਰਸਨਾ ਤੱਕ, ਮੂੰਹ ਤੱਕ ਬਾਅਦ ਵਿੱਚ ਪਹੁੰਚਦੀ ਹੈ। ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹਿਲੋਂ ਪਹੁੰਚ ਜਾਂਦੀ ਹੈ। ਕਿਉਂਕਿ ਆਪਾਂ ਜੇ ਕੋਈ ਸੰਸਾਰੀ ਗੱਲ ਕਰਦੇ ਹਾਂ, ਉਹ ਵੀ ਪਹਿਲੋਂ ਸਾਡੇ ਅੰਦਰ ਤਿਆਰ ਹੁੰਦਾ ਹੈ। ਆਪਾਂ ਮਾਲਕ ਜੀ ਦੀ ਵਡਿਆਈ ਕਰਨੀ ਹੈ, ਉਹ ਵੀ ਵਿਚਾਰ ਪਹਿਲੋਂ ਸਾਡੇ ਮਨ ਵਿੱਚ ਤਿਆਰ ਹੁੰਦੇ ਨੇ। ਫਿਰ ਆਪਾਂ ਮੁਖ ਨਾਲ, ਰਸਨਾ ਨਾਲ ਬੋਲ ਕੇ ਉਹਨਾਂ ਦਾ ਉਚਾਰਨ ਕਰ ਦਿੰਦੇ ਹਾਂ। ਇਸੇ ਤਰ੍ਹਾਂ ਸੇਵਕ ਜਦੋਂ ਮਾਲਕ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਉਹ ਖਿਆਲ ਜਿਹੜਾ ਹੈ ਨਾ ਉਹ ਪਹਿਲੋਂ ਮਨ ਵਿੱਚ ਬਣਦਾ ਹੈ। ਮਨ ਵਿੱਚ ਹੀ ਆਉਂਦਾ ਹੈ ਵੀ ਹੁਣ ਮੇਰੇ ਤੇ ਮੁਸ਼ਕਲ ਹੈ, ਮੇਰੇ ਤੇ ਭੀੜ ਹੈ, ਜਾਂ ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ ਹੈ ਤੇ ਮੈਂ ਮਾਲਕ ਜੀ ਦਾ ਸ਼ੁਕਰਾਨਾ ਕਰਾਂ, ਜਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਾਲਕ ਦਾ ਆਸਰਾ ਪ੍ਰਾਪਤ ਕਰਾਂ। ਤੇ ਫਿਰ ਬੰਦਾ ਆਪਣੀ ਜੀਭਾ ਦੇ ਨਾਲ ਬੋਲ ਕੇ ਮਾਲਕ ਦੇ ਦਰ ਤੇ ਤਰਲਾ ਲੈਂਦਾ ਹੈ। ਮਹਾਰਾਜ ਕਹਿੰਦੇ ਵਿਸ਼ਵਾਸ ਵਿੱਚ ਭਰਿਆ ਹੋਇਆ, ਭਰੋਸੇ ਵਿੱਚ ਭਰਿਆ ਹੋਇਆ ਮਨ ਜਦੋਂ ਵਿਚਾਰ ਹੀ ਕਰਦਾ ਹੈ, ਅਰਦਾਸ ਉਦੋਂ ਹੀ ਮਾਲਕ ਜੀ ਦੇ ਚਰਨਾਂ ਵਿੱਚ ਜਾ ਪਹੁੰਚਦੀ ਹੈ। ਤੇ ਸੱਚੇ ਹਿਰਦੇ ਤੋਂ ਕੀਤੀ ਹੋਈ ਵੇਦਨਾ, ਜੋਦੜੀ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ, ਆਪਣੇ ਦਰ ਤੇ ਪ੍ਰਵਾਨ ਕਰ ਲੈਂਦੇ ਨੇ। ਤੇ ਜਿਸ ਵੇਲੇ ਅਰਦਾਸ ਨੂੰ ਪ੍ਰਵਾਨਗੀ ਮਿਲਦੀ ਹੈ, ਉਦੋਂ ਸੇਵਕਾਂ ਦੇ, ਉਦੋਂ ਪਿਆਰਿਆਂ ਦੇ, ਲੋਕ ਪਰਲੋਕ ਸਾਰੇ ਕਾਰਜ ਮਹਾਰਾਜ ਕਹਿੰਦੇ ਰਾਸ ਹੋ ਜਾਂਦੇ ਨੇ। ਅਰਦਾਸ ਦੀ ਸ਼ਕਤੀ ਇਤਿਹਾਸ ਕਹਿੰਦਾ ਹੈ, ਮਹਾਰਾਜਾ ਰਣਜੀਤ ਸਿੰਘ ਸਾਹਿਬ, ਸਾਡੇ ਰਾਜਾ ਸਾਹਿਬ, ਇੱਕ ਵਾਰ ਜੰਗ ਨੂੰ ਚੜ੍ਹੇ ਤੇ ਰਸਤੇ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਨਗਰੀ ਪੈਂਦੀ ਸੀ। ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਕਿਰਦਾਰ ਸੀ। ਉਹਨਾਂ ਦੇ ਅੰਦਰ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਪ੍ਰਤੀ ਇਹ ਸ਼ਰਧਾ ਸੀ ਵੀ ਉਹ ਜਦ ਵੀ ਕਦੀ ਅੰਮ੍ਰਿਤਸਰ ਦੀ ਜੂਹ ਦੇ ਵਿੱਚੋਂ ਦੀ ਲੰਘਦੇ ਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਨਾ ਲੰਘਦੇ। ਜਿੱਥੇ ਅੱਜ ਦੁਨੀਆ ਨੇ, ਪੂਰੇ ਵਰਲਡ ਦੇ ਰਿਸਰਚ ਕਰਨ ਵਾਲਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਮਹਾਨ ਰਾਜਾ ਐਲਾਨਿਆ ਹੈ ਵੀ ਉਹਦੇ ਵਰਗਾ ਕੋਈ ਰਾਜਾ ਨਹੀਂ ਹੋਇਆ ਪੂਰੀ ਦੁਨੀਆ ਤੇ। ਜਿਨ੍ਹਾਂ ਵਿੱਚ ਚੰਗੇਜ਼ ਖਾਨ, ਸਿਕੰਦਰ ਵਰਗੇ, ਪੋਰਸ਼ ਵਰਗੇ ਵੱਡੇ ਵੱਡੇ ਯੁੱਗਾਂ ਤੋਂ ਜਿਹੜੇ ਰਾਜਿਆਂ ਨੇ ਰਾਜ ਕੀਤੇ, ਸਭ ਦਾ ਕਿਰਦਾਰ ਜਾਣਿਆ ਗਿਆ, ਵਿਚਾਰਿਆ ਗਿਆ, ਸਭ ਤੇ ਸਰਚ ਕੀਤੀ ਗਈ। ਪਰ ਮਹਾਰਾਜਾ ਰਣਜੀਤ ਸਿੰਘ ਸਭ ਨਾਲੋਂ ਮਹਾਨ, ਦਇਆਵਾਨ, ਕਾਬਲ ਰਾਜਾ, ਗੁਰੂ ਨਾਨਕ ਦੇ ਘਰ ਦਾ ਸੇਵਕ, ਉਹਨੂੰ ਸਨਮਾਨ ਪ੍ਰਾਪਤ ਹੋਇਆ।
ਔਰ ਜਿਹੜੇ ਲੋਕ ਕਹਿੰਦੇ ਸੀ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ, ਇਹ ਰਾਜ ਨਹੀਂ ਕਰ ਸਕਦੇ, ਵਰਲਡ ਦੇ ਵਿੱਚ ਪਤਾ ਲੱਗ ਗਿਆ ਵੀ ਸਿੱਖਾਂ ਵਰਗਾ ਰਾਜ ਦੁਨੀਆ ਤੇ ਕੋਈ ਕੌਮ ਕਰ ਹੀ ਨਹੀਂ ਸਕਦੀ ਜਿੱਦਾਂ ਦਾ ਰਾਜ ਸਿੱਖਾਂ ਨੇ ਕੀਤਾ ਹੈ। ਔਰ ਇਹ ਗੱਲ ਪੂਰੀ ਵਰਲਡ ਦੀ ਪ੍ਰਵਾਨਗੀ ਦੇ ਨਾਲ ਮੰਨੀ ਗਈ। ਮੈਂ ਬੇਨਤੀ ਕਰਾਂ, ਜਿੱਥੇ ਇੱਕ ਮਹਾਨ ਨਿਆਂਕਾਰੀ ਰਾਜਾ ਸੀ, ਉਹਦੇ ਤੋਂ ਵੀ ਉੱਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਸੀ, ਸਿੱਖ ਸੀ, ਸ਼ਰਧਾਲੂ ਸਿੱਖ। ਤੇ ਮਹਾਰਾਜਾ ਜਦੋਂ ਆਪਣੀਆਂ ਫੌਜਾਂ ਦੇ ਸਹਿਤ ਅੱਜ ਲੰਘ ਰਿਹਾ ਹੈ, ਤੇ ਅੱਜ ਵੀ ਮਹਾਰਾਜਾ ਸਾਹਿਬ ਕੁਝ ਕੁ ਅਮੀਰ ਵਜ਼ੀਰਾਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ। ਬਾਕੀ ਫੌਜਾਂ ਉਹ ਸਾਰੀਆਂ ਸ਼ਹਿਰ ਤੋਂ ਬਾਹਰ ਖੜੀਆਂ ਨੇ, ਤੇ ਜਿਸ ਵੇਲੇ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਬਾਹਰ ਨਿਕਲੇ ਤੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਖੜੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਝੁੱਕ ਕੇ ਸੀਸ ਨਿਵਾ ਕੇ ਬੜੇ ਪਿਆਰ ਨਾਲ ਫਤਿਹ ਬੁਲਾਈ ਤੇ ਨਾਲ ਬੇਨਤੀ ਕੀਤੀ। ਕਹਿਣ ਲੱਗੇ, ਅਕਾਲੀ ਜੀ, ਅਸੀਂ ਜੰਗ ਨੂੰ ਚੜ੍ਹੇ ਹਾਂ, ਫੌਜਾਂ ਤਿਆਰ ਨੇ, ਸਾਡੀ ਜਿੱਤ ਦੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਿਓ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗ ਵਿੱਚੋਂ ਜਿੱਤ ਹੋਵੇ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਅਰਦਾਸ ਕੀਤੀ ਪ੍ਰਕਰਮਾਂ 'ਚ ਖਲੋ ਕੇ। ਤੇ ਨਾਲ ਰਾਜਾ ਸਾਹਿਬ ਨੇ ਬੇਨਤੀ ਕੀਤੀ, ਅਕਾਲੀ ਜੀ, ਤੁਸੀਂ ਵੀ ਕਿਰਪਾ ਕਰੋ, ਇਸ ਜੰਗ ਦੀ ਕਮਾਂਡ ਤੁਸੀਂ ਆਪਣੇ ਹੱਥਾਂ ਵਿੱਚ ਲਓ, ਸਾਨੂੰ ਲੋੜ ਹੈ ਅੱਜ ਤੁਹਾਡੀ। ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਸ ਜੰਗ ਦੀ ਕਮਾਂਡ ਕਰਨੀ, ਪ੍ਰਵਾਨ ਕਰਨੀ ਚੱਲ ਪਏ। ਰਣ ਮੈਦਾਨ ਵਿੱਚ ਪਹੁੰਚੇ ਤੇ ਸਾਹਮਣੇ ਅੰਗਰੇਜ਼ ਖਲੋਤੇ ਨੇ, ਗੋਰਿਆਂ ਦੀਆਂ ਫੌਜਾਂ ਖਲੋਤੀਆਂ ਨੇ। ਇੱਕ ਬੰਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਖਲੋਤੀ, ਬਿਗਲ ਵੱਜਣ ਵਾਲਾ ਹੈ ਜੀ। ਤੇ ਇੱਕ ਸੂਈਏ ਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਹੌਲੀ ਜੀ ਕੰਨ ਵਿੱਚ ਕਿਹਾ, ਕਹਿੰਦਾ, ਮਹਾਰਾਜਾ, ਇਹ ਸਮਾਂ ਨਹੀਂ ਜੰਗ ਦਾ ਐਲਾਨ ਕਰਨ ਦਾ, ਆਪਾਂ ਰੁਕ ਜਾਈਏ, ਕਿਉਂਕਿ ਲਾਹੌਰ ਤੋਂ ਚੱਲਣ ਵਾਲਾ ਜਿਹੜਾ ਤੋਪਖਾਨਾ ਹੈ ਉਹ ਅਜੇ ਤੱਕ ਪਹੁੰਚਿਆ ਨਹੀਂ। ਤੇ ਸਾਹਮਣੇ ਤੋਪਖਾਨਾ ਹੈ, ਗੋਰਿਆਂ ਦੇ ਕੋਲ ਬੜੀ ਵੱਡੀ ਤਾਕਤ ਹੈ, ਤੇ ਬਿਨਾਂ ਤੋਪਖਾਨੇ ਤੋਂ ਜੰਗ ਕਰਨਾ, ਲੜਾਈ ਵਿੱਚ ਕੁੱਦਣਾ, ਇਹ ਵਾਜਬ ਨਹੀਂ। ਰਣਨੀਤੀ ਇਸ ਗੱਲ ਨੂੰ ਨਹੀਂ ਸਮਝਦੀ, ਰਣਨੀਤੀ ਇਸ ਗੱਲ ਨੂੰ ਨਹੀਂ ਮੰਨਦੀ। ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ, ਨਹੀਂ, ਜਿੰਨਾ ਚਿਰ ਤੋਪਖਾਨਾ ਲਾਹੌਰ ਤੋਂ ਨਹੀਂ ਪਹੁੰਚਦਾ ਉਹਨਾਂ ਚਿਰ ਜੰਗ ਨਹੀਂ ਕੀਤਾ ਜਾਵੇਗਾ। ਪਰ ਇੰਨੇ ਨੂੰ ਪਤਾ ਲੱਗਾ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਆਪਣਾ ਜਥਾ ਲੈ ਕੇ ਅੱਗੇ ਲੰਘ ਗਏ ਨੇ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਆਪਣਾ ਘੋੜਾ ਦੜਾਇਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ। ਕਹਿਣ ਲੱਗੇ, ਕਾਲੀ ਜੀ, ਰੁਕ ਜਾਓ, ਪਿਛਾਂ ਆ ਜਾਓ, ਸਾਨੂੰ ਕੁਝ ਸਮਾਂ ਰੁਕਣਾ ਪਵੇਗਾ, ਕਿਉਂਕਿ ਲਾਹੌਰ ਤੋਂ ਚੱਲਿਆ ਹੋਇਆ ਤੋਪਖਾਨਾ ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਪਹੁੰਚਿਆ ਨਹੀਂ, ਤੇ ਆਪਾਂ ਤੋਪਖਾਨੇ ਦੀ ਉਡੀਕ ਕਰ ਲਈਏ। ਤੋਪਖਾਨੇ ਤੋਂ ਬਿਨਾ ਜੰਗ ਵਿੱਚ ਕੁੱਦਣਾ ਜਿਹੜਾ ਹੈ ਉਹ ਸਾਡੇ ਲਈ ਨੁਕਸਾਨਦੇਹ ਹੋਵੇਗਾ। ਉਸ ਵੇਲੇ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਬਚਨ ਕੀਤਾ। ਮੈਂ ਬੇਨਤੀ ਕਰਾਂ, ਕਈ ਕਿਰਦਾਰ ਇਦਾਂ ਦੇ ਪੰਥ ਵਿੱਚ ਹੋਏ ਨੇ ਵੀ ਜਿਨ੍ਹਾਂ ਦੀ ਘਾਟ ਮੁੜ ਕੇ ਕਦੀ ਪੂਰੀ ਨਹੀਂ ਹੁੰਦੀ।
ਅੱਜ ਜਦੋਂ ਵੀ ਅਕਾਲ ਤਖਤ ਸਾਹਿਬ ਜੀ ਦੇ ਜਥੇ ਦੀ ਅਦਾਰ ਦੀ ਗੱਲ ਆਉਂਦੀ ਹੈ ਤੇ ਆਪ ਮੁਹਾਰੇ ਕੌਮ ਦੇ ਮੂੰਹੋਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਨਾਮ ਨਿਕਲਦਾ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ, ਕਿਉਂਕਿ ਉਹਨਾਂ ਦਾ ਤੋੜ ਨਹੀਂ ਮਗਰੋਂ ਕੋਈ ਹੋ ਸਕਿਆ। ਜੇ ਪੰਥ ਦੀ ਰਹਿਨਮਾਈ ਦੀ ਗੱਲ ਆਉਂਦੀ ਹੈ ਤੇ ਕੌਮ ਦੇ ਮੂੰਹੋਂ ਆਪ ਮੁਹਾਰੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਆ ਜਾਂਦਾ ਹੈ। ਜਦੋਂ ਕੌਮ ਤੇ ਕੋਈ ਵਿਪਤਾ ਬਣਦੀ ਹੈ, ਕੌਮ ਕਿਤੇ ਵੱਡੇ ਮਸਲੇ ਦੇ ਵਿੱਚ ਘਿਰਦੀ ਹੈ, ਕੋਈ ਕੌਮੀ ਪੱਧਰ ਦਾ ਜਦੋਂ ਕਿਤੇ ਮੋਰਚਾ ਲੱਗਦਾ ਹੈ ਤੇ ਕੌਮ ਦਾ ਬੱਚਾ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਯਾਦ ਕਰਨ ਲੱਗ ਪੈਂਦਾ। ਆ ਹੁਣ ਕਿਸਾਨੀ ਮੋਰਚਾ ਲੱਗਾ ਹੈ ਤੇ ਕਿੰਨੇ ਕਵੀਸ਼ਰ ਵੀਰਾਂ ਨੇ, ਢਾਡੀ ਵੀਰਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅੱਜ ਲੋੜ ਹੈ। ਉਹ ਕਵਿਤਾ ਦੁਆਰਾ, ਢਾਡੀ ਵਾਰਾਂ ਦੁਆਰਾ ਉਹ ਹਿਰਦੇ ਦਾ, ਕੌਮ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਹੈ। ਕੁਝ ਕਿਰਦਾਰ ਐਸੇ ਵੇਖੋ, ਸੰਤ ਬਾਬਾ ਜਰਨੈਲ ਸਿੰਘ ਜੀ ਜੇ ਸਾਡੇ ਵਿੱਚ ਅੱਜ ਆਪਾਂ ਦੇਖਦੇ ਹਾਂ ਵੀ ਮੌਜੂਦ ਨਹੀਂ ਸਰੀਰ ਕਰਕੇ, ਤੇ ਏਡੀ ਵੱਡੀ ਸ਼ਖਸੀਅਤ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ। ਉਹਨਾਂ ਦੀ ਫੋਟੋ, ਉਹਨਾਂ ਦੀ ਤਸਵੀਰ ਅੱਜ ਕੌਮ ਦੀ ਅਗਵਾਈ ਕਰ ਰਹੀ ਹੈ। ਕੋਈ ਉਹਨਾਂ ਵਰਗਾ ਬਣ ਹੀ ਨਹੀਂ ਸਕਿਆ, ਉਹਨਾਂ ਦੇ ਤੱਕ ਕੋਈ ਪਹੁੰਚ ਹੀ ਨਹੀਂ ਸਕਿਆ। ਬਾਬਾ ਜਰਨੈਲ ਸਿੰਘ ਜੀ ਦਾ ਕਿਰਦਾਰ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਬੰਦਗੀ, ਉਹਨਾਂ ਦੀ ਕਮਾਈ, ਪੰਥ ਪ੍ਰਤੀ ਉਹਨਾਂ ਦੀ ਵਫਾਦਾਰੀ ਇੰਨੀ ਮਹਾਨ ਹੈ। ਅਕਾਲੀ ਬਾਬਾ ਫੂਲਾ ਸਿੰਘ ਨੂੰ ਜਿਸ ਵੇਲੇ ਮਹਾਰਾਜੇ ਨੇ ਕਿਹਾ ਨਾ ਤੋਪਖਾਨਾ ਨਹੀਂ ਪਹੁੰਚਿਆ ਤੇ ਤੋਪਖਾਨੇ ਤੋਂ ਬਿਨਾਂ ਅਸੀਂ ਇਹ ਲੜਾਈ ਹਾਰ ਜਾਵਾਂਗੇ, ਤੇ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗੇ, ਉਹ ਰਾਜਾ ਰਣਜੀਤ ਸਿਆਂ, ਮੈਂ ਇਹ ਜੰਗ ਤੋਪਖਾਨੇ ਦੇ ਸਿਰ ਤੇ ਲੜਨ ਲਈ ਨਹੀਂ ਆਇਆ। ਮੈਂ ਇਹ ਜੰਗ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਦੇ ਬਲ ਨਾਲ ਲੜਨ ਵਾਸਤੇ ਆਇਆ। ਇਹ ਜੰਗ ਤੇਰੇ ਮਨ 'ਚ ਹੋਵੇਗਾ ਵੀ ਤੋਪਖਾਨਾ ਨਹੀਂ ਪਹੁੰਚਿਆ ਤੇ ਅਸੀਂ ਜਿੱਤ ਨਹੀਂ ਸਕਾਂਗੇ, ਪਰ ਮੇਰੇ ਮਨ ਵਿੱਚ ਇਹ ਭਰੋਸਾ ਹੈ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਿੱਤ ਦੀ ਅਰਦਾਸ ਕੀਤੀ ਹੈ। ਤੋਪਖਾਨਾ ਪਹੁੰਚੇ ਭਾਵੇਂ ਨਾ ਪਹੁੰਚੇ, ਇਹ ਜਿੱਤ ਗੁਰੂ ਰਾਮਦਾਸ ਮਹਾਰਾਜ ਸਾਡੀ ਝੋਲੀ ਵਿੱਚ ਪਾਉਣਗੇ। ਪਰ ਇਤਿਹਾਸ ਕਹਿੰਦਾ ਹੈ ਉਸ ਜੰਗ ਵਿੱਚ ਬਿਨਾਂ ਤੋਪਖਾਨੇ ਤੋਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹ ਜੰਗ ਜਿੱਤ ਲਈ। ਪਰ ਇਸ ਜੰਗ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦੀ ਪ੍ਰਾਪਤ ਕਰ ਗਏ, ਪਰ ਉਹਨਾਂ ਦੇ ਹਿਰਦੇ ਦਾ ਭਰੋਸਾ, ਪੰਥ ਦੇ ਆਗੂ ਦੇ ਮਨ ਅੰਦਰ ਗੁਰੂ ਪ੍ਰਤੀ ਪਿਆਰ ਵੇਖੋ, ਵਿਸ਼ਵਾਸ ਵੇਖੋ ਕੈਸਾ ਹੈ ਵੀ ਇੰਨਾ ਵਿਸ਼ਵਾਸ ਆਪਣੇ ਗੁਰੂ ਦੇ ਦਰ ਤੇ ਕੀਤੀ ਹੋਈ ਅਰਦਾਸ ਦਾ ਸ਼ਹੀਦੀ ਪ੍ਰਾਪਤ ਕਰ ਲਈ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਵਿਸ਼ਵਾਸ ਨਾਲ ਉਸ ਜੰਗ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਝੋਲੀ 'ਚ ਪਾ ਦਿੱਤੀ। ਇਹ ਅਰਦਾਸ ਦੀ ਸ਼ਕਤੀ ਹੈ। ਅਰਦਾਸ ਦਾ ਆਸਰਾ ਲੈ ਕੇ ਮਹਾਰਾਜ ਕਹਿੰਦੇ ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਸਿੱਖਾ। ਜਦੋਂ ਵੀ ਤੇਰੇ ਮਨ ਦੀ ਕੋਈ ਕਾਮਨਾ ਹੋਵੇ, ਤੈਨੂੰ ਕੁਝ ਵੀ ਚਾਹੀਦਾ ਹੈ, ਤੇਰੇ ਹਿਰਦੇ ਦੀ ਕੋਈ ਖਾਹਸ਼ ਹੋਵੇ, ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੈ।
ਉਦੋਂ ਜਦੋਂ ਸੇਵਕ ਪਿਆਰ ਵਿਸ਼ਵਾਸ ਵਿੱਚ ਭਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਅਰਦਾਸ ਕਰਦਾ ਹੈ, ਸਤਿਗੁਰੂ ਫਿਰ ਰਹਿਮਤਾਂ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਅੱਜ ਸਮੁੱਚਾ ਹੀ ਭਾਈ ਕੁਲਦੀਪ ਸਿੰਘ ਜੀ ਹੁਣਾਂ ਦਾ ਪਰਿਵਾਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਿਹਾ ਹੈ। ਮਹਾਰਾਜ ਰਹਿਮਤ ਕਰਿਓ, ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ। ਔਰ ਸਾਡੇ ਬਹੁਤ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਜੀ ਦੀ ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ। ਮਾਲਕ ਜੀ ਨੇ ਜਿਨ੍ਹਾਂ ਨੂੰ ਕੀਰਤਨ ਦੀ ਦਾਤ ਨਾਲ, ਤਬਲੇ ਦੀ ਦਾਤ ਨਾਲ ਨਿਵਾਜਿਆ ਹੈ। ਔਰ ਅੱਜ ਵਿਦੇਸ਼ਾਂ ਦੀ ਧਰਤੀ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਘਰ ਦਾ ਪ੍ਰਚਾਰ ਪ੍ਰਸਾਰ ਸਤਿਗੁਰੂ ਜੀ ਦੀ ਬਾਣੀ ਦੀ ਮਹਾਨ ਰਹਿਮਤ ਵਰਤਾ ਰਹੇ ਨੇ। ਔਰ ਸੇਵਕ ਪਰਿਵਾਰ ਅਰਦਾਸ ਕਰਦੇ ਨੇ, ਮਹਾਰਾਜ ਇਹਨਾਂ ਗੁਰਮੁਖਾਂ ਪਿਆਰਿਆਂ ਦੀ ਵਿਦੇਸ਼ਾਂ ਵਿੱਚ ਵੀ ਚੜ੍ਹਦੀ ਕਲਾ ਕਰਨੀ, ਸਦਾ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਦੇ ਪ੍ਰਚਾਰ ਕੀਰਤਨ ਦੀਆਂ ਸ਼ਹਿਬਰਾਂ ਲਾਉਂਦੇ ਰਹਿਣ। ਗੁਰੂ ਕੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਸਤਿਗੁਰੂ ਜੀ ਦੀ ਬਾਣੀ ਨਾਲ ਜੋੜਦੇ ਰਹਿਣ। ਆਓ ਬੜੇ ਪਿਆਰ ਨਾਲ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ, ਬੜੇ ਪਿਆਰ ਨਾਲ ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਹੈ ਜੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖ ਦਾਤਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖ ਦਾਤਾ, ਹਮ ਨਾਵੈ ਆਪਨ ਪਾਲੀ, ਹਮ ਨਾਵੈ ਆਪਨ ਪਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖ ਦਾਤਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖ ਦਾਤਾ। ਪਲ ਮਾਨੋ ਹਰ ਕਥਾ ਨਿਰਲੀ, ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵੇ ਕੋ ਵੇਖ ਵਿਖਾਲੀ, ਸਤਿਗੁਰ ਸੇਵ ਖਰਚ ਹਰ ਬੰਦ ਮਤ ਜਾਣੋ
साज के काली। हर के संत जपो हर जपना, हर संत चले हर नाली। जिन हर जपया से हर होए हर मिलिया कील के नाली। हर हर जपन जप नानक संगत साध। हम साथ जना अगराती, हम साथ जना पगराती, हम साथ जना पगराती। सतगुर दया करे सुख दाता, सतगुर दया करे सुख दाता, सतगुर दया करे सुख दाता। ममता आपन पाली, आपन पाली। सतगुर दया करे सुख दाता, सतगुर दया ਤਿੱਖੀ ਬਹੁਤ ਆਵਾਜ਼, ਜਿੱਥੇ ਕਥਾ ਹੀ ਨਾ ਉੱਥੇ ਰਹਿੰਦਾ। ਵਾਹਿਗੁਰੂ ਤਿੱਖਾਪਨ ਘਟਾਓ। ਵਾਹਿਗੁਰੂ नानक दुखिया सब संसार, सब संसार। नानक दुखिया सब संसार, सब संसार। बाली रोवे नानक दुखिया सब संसार,
जाइत पीर अंकाल मत लागे भीड़ रोवे राजे कन पड़ाए घर घर मांगे पीछे आ जाए रोवे कृपन संचय तन जाए पंडित रोवे ज्ञान गवाए बाली रोवे नहीं पता नानक दुखिया सब संसार मन के नानक दुखिया सब संसार सब संसार नानक दुखिया सब संसार सब संसार सब संसार सब संसार वाहिगुरु 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 हम थारे भिखारी जियो हम थारे भिखारी जियो तू प्रभु दाता दान मत पूरा दान मत पूरा दान मत पूरा दान मत पूरा हम थारे भिखारी हम थारे भिखारी
ਸਤਿਗੁਰ ਕਿਰਪਾ ਧਾਰੀ ਜੀਓ, ਸੋ ਬ੍ਰਹਮ ਅਜੂਨੀ ਹੈ ਪੀਵਨੀ, ਘਟ ਪੀਤਰ ਏਕ ਮੁਰਾਰੀ ਜੀਓ। ਜਨਮ ਮਰਨ ਕੋ ਇਹੋ ਜਗ ਬਪੜੋ, ਇਨ ਦੂਜੈ ਭਗਤ ਵਿਸਾਰੀ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਖਤ ਬਾਜੀ ਬਾਜੀ ਜੀਓ। ਸਤਿਗੁਰ ਬੰਧਨ ਤੋੜ ਨਿਹਾਰੇ, ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾ ਪਾਇਆ ਸਹਿਜ ਸਿੱਧ ਮਨ ਮਤਿਆ ਭਗਵਾਨ। ਭਗਵਾਨ ਪਰੀ ਸ਼ਬਦ ਭਗਤੀ ਆਇਆ। ਤਾ ਗਾ ਹਮਾਰੀ ਤੇਰਾ ਮਨ ਜੀ ਸਾਰਾ।
ਆਪ ਕਹੇ ਨਾਨਕ ਦੇ ਹੁਕਮ ਤੇ ਜਿਨੀ ਨਾਮ ਧਿਆਇਆ ਸਖਤ ਕਾਲ ਨਾਨਕ ਤੇ ਮੁਖ ਮਿਲੇ ਕੀਤੀ ਛੁੱਟੀ